ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਕ 24 ਸ੍ਰੀ ਰਾਗ ਮਹਿਲਾ ਪਹਿਲਾ ਘਰ ਤੀਜਾ। ਆਮਲ ਕਰ ਧਰਤੀ ਬੀਜ ਸਬਦੋ ਕਰ ਸੱਚ ਕੀ ਆਪ ਨਿਤ ਦੇ ਪਾਨੀ। ਹੇ ਕਾਜੀ, ਆਪਣੇ ਰੋਜ਼ਾਨਾ ਹਰੇਕ ਕਰਮ ਨੂੰ ਭੋਏ ਬਣਾ। ਇਸ ਕਰਮ ਭੋਏ ਵਿੱਚ ਗੁਰੂ ਦਾ ਸ਼ਬਦ ਵੀ ਪਾ। ਸਿਮਰਨ ਤੋਂ ਪੈਦਾ ਹੋਣ ਵਾਲੀ ਆਤਮਿਕ ਸੁੰਦਰਤਾ ਦਾ ਪਾਣੀ ਉਸ ਅਮਲ ਭੋਏ ਵਿੱਚ ਸਦਾ ਦਿੰਦਾ ਰਹੇ। ਹੋਏ ਕਿਰਸਾਨ ਈਮਾਨ ਜਮਾਈ ਲੈ, ਭੀ ਸਤ ਦੋਜਕ ਬੂੜੇ ਏਵ ਜਾਣੀ। ਕਿਸਾਨ ਵਰਗਾ ਉਦਮੀ ਬਣ, ਤੇਰੀ ਇਸ ਕਿਰਸਾਨੀ ਵਿੱਚ ਸਰਦਾ ਦੀ ਖੇਤੀ ਉੱਗੇਗੀ। ਹੇ ਮੂਰਖ, ਸਿਰਫ ਇਸ ਤਰੀਕੇ ਨਾਲ ਸਮਝ ਆਵੇਗੀ ਕਿ ਬਹਿਸ਼ਤ ਕੀ ਹੈ ਅਤੇ ਦੋਜਕ ਕੀ ਹੈ। ਮਤ ਜਾਣ ਸਹਿ ਗੱਲੀ ਪਾਇਆ, ਹੇ ਕਾਜੀ, ਇਹ ਨਾ ਸਮਝੇ ਕਿ ਨਿਰੀਆਂ ਗੱਲਾਂ ਨਾਲ ਹੀ ਰੱਬ ਮਿਲ ਪੈਂਦਾ ਹੈ। ਮਾਲਕ ਜਾਣੇ ਮਾਲਕ ਮਾਣੇ, ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਰਹਾਓ। ਜੇ ਬੇਈਮਾਨੀਆਂ ਕਰਕੇ ਇਕੱਠੇ ਕੀਤੇ ਹੋਏ ਧਨ ਅਤੇ ਅਹੰਕਾਰ ਵਿੱਚ ਟਿਕੇ ਰਹੇ, ਜੇ ਕਾਮਾਤੁਰ ਹੋ ਕੇ ਰੂਪ ਦੀ ਸੋਭਾ ਵਿੱਚ ਮਨ ਜੁੜਿਆ ਰਿਹਾ, ਤਾਂ ਬਾਹਰੋਂ ਮਜ਼ਹਬ ਦੀਆਂ ਗੱਲਾਂ ਕੁਝ ਨਹੀਂ ਸਵਾਰ ਸਕਦੀਆਂ। ਇਸ ਤਰ੍ਹਾਂ ਮਨੁੱਖਾ ਜਨਮ ਅਜਾਈਂ ਚਲਾ ਜਾਂਦਾ ਹੈ। ਰਹਾਓ। ਐਬ ਤਨ ਚਿੱਕੜੋ ਇਹੋ ਮਨ ਮੀਂਡਕੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਜਦ ਤੱਕ ਸਰੀਰ ਦੇ ਅੰਦਰ ਵਿਕਾਰਾਂ ਦਾ ਚਿੱਕੜ ਹੈ ਤੇ ਇਹ ਮਨ ਉਸ ਚਿੱਕੜ ਵਿੱਚ ਡੱਡੂ ਬਣ ਕੇ ਰਹਿੰਦਾ ਹੈ। ਚਿੱਕੜ ਵਿੱਚ ਉੱਗੇ ਹੋਏ ਕੌਲ ਫੁੱਲ ਦੀ ਕਦਰ ਇਸ ਡੱਡੂ ਮਨ ਨੂੰ ਨਹੀਂ ਪੈ ਸਕਦੀ। ਹਿਰਦੇ ਵਿੱਚ ਵਸਦੇ ਪ੍ਰਭੂ ਦੀ ਸੂਝ ਨਹੀਂ ਆ ਸਕਦੀ। ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੂਝੇ ਜਾਣਾ ਬੁਝਾਈ। ਭੌਰਾ ਆ ਕੇ ਕੌਲ ਫੁੱਲ ਉੱਤੇ ਗੁੰਜਾਰ ਪਾਉਂਦਾ ਹੈ, ਪਰ ਕੌਲ ਫੁੱਲ ਦੇ ਪਾਸ ਹੀ ਚਿੱਕੜ ਵਿੱਚ ਮਸਤ ਡੱਡੂ ਫੁੱਲ ਦੀ ਕਦਰ ਨਹੀਂ ਜਾਣਦਾ। ਗੁਰੂ ਭੌਰਾ ਸਦਾ ਹਰੀ ਸਿਮਰਨ ਦਾ ਉਪਦੇਸ਼ ਕਰਦਾ ਹੈ, ਪਰ ਇਹ ਡੱਡੂ ਮਨ ਉਸ ਉਪਦੇਸ਼ ਨੂੰ ਨਹੀਂ ਸਮਝਦਾ। ਇਸ ਨੂੰ ਅਜਿਹੀ ਸਮਝ ਹੀ ਨਹੀਂ ਹੈ। ਆਖਣ ਸੁਣ ਨਾ ਪਾਉਣ ਕੀ ਬਾਣੀ, ਇਹੋ ਮਨ ਰੱਤਾ ਮਾਇਆ। ਹੇ ਕਾਜੀ, ਜਦ ਤੱਕ ਇਹ ਮਨ ਮਾਇਆ ਦੇ ਰੰਗ ਵਿੱਚ ਹੀ ਰੰਗਿਆ ਹੋਇਆ ਹੈ, ਮਜ਼੍ਹਬੀ ਕਿਤਾਬ ਦੇ ਮਸਲੇ ਸੁਣਨੇ ਸੁਣਾਉਣੇ ਬੇਅਸਰ ਹਨ। ਖਸਮ ਕੀ ਨਜ਼ਰ ਦਿਲ ਹੈ ਪਸੀਂਦੇ, ਜਿੰਨੀ ਕਰ ਏਕ ਧਿਆਇਆ। ਉਹੀ ਬੰਦੇ ਮਾਲਕ ਰੱਬ ਦੀ ਮਿਹਰ ਦੀ ਨਜ਼ਰ ਵਿੱਚ ਹਨ, ਉਹੀ ਬੰਦੇ ਉਸਦੇ ਦਿਲ ਵਿੱਚ ਪਿਆਰੇ ਹਨ, ਜਿਨ੍ਹਾਂ ਨੇ ਪੂਰੀ ਸ਼ਰਧਾ ਨਾਲ ਉਸ ਨੂੰ ਸਿਮਰਿਆ ਹੈ। ਤੀਹ ਕਰ ਰੱਖੇ ਪੰਜ ਕਰ ਸਾਥੀ, ਨੌ ਸਤਾਨ ਮਤ ਕਟ ਜਾਈ। ਹੇ ਕਾਜੀ, ਤੂੰ 30 ਰੋਜ਼ੇ ਗਿਣ ਕੇ ਰੱਖਦਾ ਹੈ, 5 ਨਮਾਜ਼ਾਂ ਨੂੰ ਸਾਥੀ ਬਣਾਉਂਦਾ ਹੈ,
पर यह सब कुछ विखावे की खातर करता है कि मैनू किस तान माड़ा बंदा ना आखे। शायद इस तरीके नाल लोग मैनू चंगा मुसान आखण लग पैण। नानक आखे राहे पै चलना, माल धन कित कू संजाही। पर नानक आखदा है, हे काजी, जीवन के सही रस्ते उत्ते तुरना चाहिदा है। तू ठगी फरेब करके माल धन क्यों इकट्ठा करदा है? तू निरीਆਂ ਗੱਲਾਂ ਨਾਲ ਲੋਕਾਂ ਨੂੰ ਪਤਿਆਉਂਦਾ है। अंदरों तू धन के लालच विच अते काम वासना विच अन्ना होया पिया है। ये रस्ता आत्मिक मौत दा है। श्री राग महला पहला कर चौथा, सोई मौला जिन जग मौलाया, हरिया किया संसारो। जिस मालक ने सारा जगत प्रफुल्लित किया है, जिसने सारे संसार नू हरा भरा किया है। आव खाक जिन बंद रहाई, धन सिरजणहारो। जिसने पानी ते मिट्टी विरोधिता ते इकट्ठे करके रख दिते हैं, वो सिरजनहार धन है। उसे दी सिफसला करो, उही असल मालक है। मौत दा मालक भी उही है। विरोधी तत्तां वाली खेड़ आखर मुकनी ही होई ते उही मुकांदा है। मरना मूला मरना, हे मूला, मौत दा डर हरेक दे सिर उत्ते है। भी करतारों डरना रहाओ, तां ते रब तो ही डरना चाहिदा है। रब के डर विच रहना ही फबदा है। भाव रब के डर विच रहा ही मौत का डर दूर हो जाता है। रहाओ। तां तू मुला तां तू काजी, जाने नाम खुदाई। मजहबी किताबां निरीਆਂ पढ़ लैण नाल असल काजी मुला नहीं बन सकींदा। तदों ही तू अपने आप नू मुला समझ, तदों ही काजी जदों तू रब दे नाम नाल डूंगी सांझ पा लएगा ते मौत दा डर मुका लएगा। नहीं तां जे बथेरा पढ़िया होवे, को रहे ना भरिए पाई। भावें तू कितना ही मजहबी किताबां पढ़ जाए, मौत फिर भी नहीं टलेगी। जिमें पनघड़ी जदों पानी नाल भर जाती है तां पानी विच तैरदी नहीं रह सकती, भाव डुब जाती है। इस तरह जदों श्वास पूरे हो जाते हैं, कोई इत्थे रह नहीं सकता। सोई काजी जिन आप तजिया, एक नाम किया आधारो। वही मनुख काजी है जिसने आपा भाव त्याग दिता है ते जिसने उस रब दे नाम नू अपनी जिंदगी का आसरा बनाया है। हैप्पी होसी जाए न जासी, सच्चा सिरजनहारो। जो हुण भी है अगाह नू भी रहेगा, जो जमदा है जो ना जमदा है ना मरदा है, जो सदा कायम रहने वाला है ते सब दा पैदा करने वाला है। 5 वक्त नमाज गुजारे हैं, पढ़े कतीब कुराना। ही काजी तू 5 वेले नमाजा पढ़दा है, तू कुरान अते होर अपनियां मजहबी किताबां भी पढ़दा है, फिर भी स्वार्थ विच वज्झा रह के मौत तो डरदा है। नानक आखे गौर सदेई, रेहो पीना खाना।
ਨਾਨਕ ਆਖਦਾ ਹੈ, ਹੇ ਕਾਜੀ, ਜਦੋਂ ਮੌਤ ਸੱਦਾ ਦਿੰਦੀ ਹੈ ਤਾਂ ਦਾਣਾ ਪਾਣੀ ਇੱਥੇ ਹੀ ਧਰਿਆ ਰਹਿ ਜਾਂਦਾ ਹੈ। ਸੋ ਮੌਤ ਦੇ ਡਰ ਤੋਂ ਬਚਣ ਲਈ ਰੱਬ ਦੇ ਡਰ ਵਿੱਚ ਟਿਕਿਆ ਰਹੋ। ਸ੍ਰੀ ਰਾਗ ਮਹਿਲਾ ਪਹਿਲਾ ਕਰ ਚੌਥਾ। ਏਕ ਸਮਾਨ ਦੋਏ ਸਮਾਨੀ ਨਾਲ, ਏਕ ਸਮਾਨ ਦੋਏ ਸਮਾਨੀ ਨਾਲ। ਮੇਰੇ ਨਾਲ ਇੱਕ ਕੁੱਤਾ ਲੋਭ ਹੈ, ਦੋ ਕੁੱਤੀਆਂ ਆਸਾ ਤ੍ਰਿਸ਼ਨਾ ਹਨ। ਭਲਕੇ ਭੌਂਕੇ ਸਦਾ ਵਿਆਲ, ਦੋ ਜੋ ਨਿਤ ਸਵੇਰੇ ਤੋਂ ਹੀ ਭੌਂਕਣਾ ਸ਼ੁਰੂ ਕਰ ਦਿੰਦੀਆਂ ਹਨ। ਕੂੜ ਛੁਰਾ ਮੁੱਠਾ ਮੁਰਦਾਰ, ਮੇਰੇ ਹੱਥ ਵਿੱਚ ਝੂਠ ਛੁਰਾ ਹੈ। ਮੈਂ ਮਾਇਆ ਵਿੱਚ ਠੱਗਿਆ ਜਾ ਰਿਹਾ ਹਾਂ ਤੇ ਪਰਾਇਆ ਹੱਕ ਮੁਰਦਾਰ ਖਾਂਦਾ ਹਾਂ। ਤਾਣ ਕਰੂਪ ਰਹਾਂ ਕਰਤਾਰ, ਹੇ ਕਰਤਾਰ, ਮੈਂ ਸੈਂਸੀਆਂ ਵਾਲੇ ਰੂਪ ਵਿੱਚ ਰਹਿੰਦਾ ਹਾਂ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ, ਹੇ ਪਤ ਪ੍ਰਭੂ, ਨਾ ਮੈਂ ਤੇਰੀ ਨਸੀਹਤ 'ਤੇ ਤੁਰਦਾ ਹਾਂ, ਨਾ ਮੇਰੀ ਕਰਨੀ ਚੰਗੀ ਹੈ। ਹਉ ਵਿਗੜੈ ਰੂਪ ਰਹਾਂ ਵਿਕਰਾਲ, ਮੈਂ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ। ਤੇਰਾ ਏਕ ਨਾਮ ਤਾਰੇ ਸੰਸਾਰ, ਤੇਰਾ ਜਿਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਉਂਦਾ ਹੈ, ਉਹ ਮੈਨੂੰ ਵੀ ਪਾਰ ਲੰਘਾ ਲਏਗਾ। ਮੈਂ ਇਹਾ ਆਸ ਇਹੋ ਆਧਾਰ ਰਹਾਉ, ਮੈਨੂੰ ਹੁਣ ਸਿਰਫ ਇਹੀ ਆਸ ਹੈ, ਇਹੋ ਹੀ ਆਸਰਾ ਹੈ ਰਹਾਉ। ਮੁਖ ਨਿੰਦਾ ਆਖਾਂ ਦਿਨ ਰਾਤ, ਮੈਂ ਦਿਨੇ ਰਾਤ ਮੂੰਹੋਂ ਦੂਜਿਆਂ ਦੀ ਨਿੰਦਿਆ ਕਰਦਾ ਰਹਿੰਦਾ ਹਾਂ। ਪਰ ਕਰ ਜੋ ਹੀ ਨੀਤ ਸਨਾਤ, ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਕਰ ਸਕਦਾ ਹਾਂ। ਕਾਮ ਕ੍ਰੋਧ ਤਨ ਵਸੈ ਚੰਡਾਲ, ਮੇਰੇ ਸਰੀਰ ਵਿੱਚ ਕਾਮ ਤੇ ਕ੍ਰੋਧ ਚੰਡਾਲ ਵਸ ਰਹੇ ਹਨ। ਧਾਨ ਕਰੂਪ ਰਹਾਂ ਕਰਤਾਰ, ਹੇ ਕਰਤਾਰ, ਮੈਂ ਸੈਂਸੀਆਂ ਵਾਲੇ ਰੂਪ ਵਿੱਚ ਤੁਰਿਆ ਫਿਰਦਾ ਹਾਂ। ਪਾਹੀ ਸੁਰਤ ਮਲੂਕੀ ਵੇਸ, ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਵੇਂ ਠੱਗੀ ਵਿੱਚ ਫਸਾਵਾਂ, ਪਰ ਮੈਂ ਫਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ। ਹਉ ਠੱਗ ਵਾਲਾ ਠੱਗੀ ਦੇਸ, ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ਼ ਨੂੰ ਠੱਗ ਰਿਹਾ ਹਾਂ। ਖਰਾ ਸਿਆਣਾ ਬਹੁਤਾ ਭਾਰ, ਜਿਉਂ-ਜਿਉਂ ਮੈਂ ਬਹੁਤਾ ਸਿਆਣਾ ਬਣਦਾ ਹਾਂ, ਪਾਪਾਂ ਦਾ ਹੋਰ ਭਾਰ ਆਪਣੇ ਸਿਰ ਉੱਤੇ ਚੁੱਕਦਾ ਜਾਂਦਾ ਹਾਂ। ਧਾਨ ਕਰੂਪ ਰਹਾਂ ਕਰਤਾਰ, ਹੇ ਕਰਤਾਰ, ਮੈਂ ਸੈਂਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ। ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੇ ਕਰਤਾਰ, ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ। ਹਉ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਮੈਂ ਵਿਕਾਰੀ ਹਾਂ, ਮੈਂ ਤੇਰਾ ਚੋਰ ਹਾਂ, ਤੇਰੇ ਸਾਹਮਣੇ ਮੈਂ ਕਿਸ ਮੂੰਹ ਹਾਜ਼ਰ ਹੋਵਾਂਗਾ। ਨਾਨਕ ਨੀਚ ਕਹਿ ਵਿਚਾਰ, ਮੈਂ ਮੰਦਕਰਮੀ ਨਾਨਕ ਇਹੀ ਗੱਲ ਆਖਦਾ ਹਾਂ। ਧਾਨ ਕਰੂਪ ਰਹਾਂ ਕਰਤਾਰ, ਹੇ ਕਰਤਾਰ, ਮੈਂ ਤਾਂ ਸੈਂਸੀ ਰੂਪ ਵਿੱਚ ਜੀਵਨ ਬਤੀਤ ਕਰ ਰਿਹਾ ਹਾਂ। ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ। ਏਕਾ ਸੁਰਚ ਚੇਤੇ ਹੈ ਜੀ, ਜਿਤਨੇ ਵੀ ਜੀਵ ਹਨ, ਇਹਨਾਂ ਸਭਨਾਂ ਦੇ ਅੰਦਰ ਇੱਕ ਪਰਮਾਤਮਾ ਦੀ ਹੀ ਬਖਸ਼ੀ ਹੋਈ ਸੂਝ ਕੰਮ ਕਰ ਰਹੀ ਹੈ।
ਸੁਰਤ ਬਹਾਉਣਾ ਸੁਰਤ ਬਹਾਉਣਾ ਕੋਈ ਨਾ ਕੀਆ। ਪਰਮਾਤਮਾ ਨੇ ਕੋਈ ਵੀ ਐਸਾ ਜੀਵ ਪੈਦਾ ਨਹੀਂ ਕੀਤਾ ਜਿਸ ਨੂੰ ਸੂਝ ਤੋਂ ਵਿਰਵਾ ਰੱਖਿਆ ਹੋਵੇ। ਜਿਹੀ ਸੁਰਤ ਤਿਹਾ ਤਿਨ ਰਹਾ। ਜਿਹੋ ਜੀ ਸੂਝ ਪ੍ਰਭੂ ਜੀਵਾਂ ਨੂੰ ਦਿੰਦਾ ਹੈ, ਇਹੋ ਜਿਹਾ ਜੀਵਨ ਰਸਤਾ ਉਹ ਫੜ ਲੈਂਦੇ ਹਨ। ਲੇਖਾ ਏਕੋ ਆਵੋ ਜਾਹੋ। ਉਸੇ ਮਿਲੀ ਸੂਝ ਅਨੁਸਾਰ ਜੀਵ ਜਗਤ ਵਿੱਚ ਆਉਂਦੇ ਹਨ ਤੇ ਇੱਥੋਂ ਚਲੇ ਜਾਂਦੇ ਹਨ। ਇਸ ਮਰਿਆਦਾ ਤੋਰਨ ਵਾਲਾ ਪ੍ਰਭੂ ਆਪ ਹੀ ਹੈ। ਕਾਹੇ ਜੀ ਕਰੈ ਚਤੁਰਾਈ। ਹੇ ਜੀਵ, ਤੂੰ ਆਪਣੀ ਚੰਗੀ ਸੂਝ ਅਕਲ ਵਿਖਾਉਣ ਲਈ ਕਿਵੇਂ ਚਲਾਕੀ ਕਰਦਾ ਹੈ। ਲੇਵੈ ਦੇਵੈ ਢਿੱਲ ਨਾ ਪਾਈ ਰਹਾਓ। ਉਹ ਪਰਮਾਤਮਾ ਹੀ ਜੀਵਾਂ ਨੂੰ ਸੂਝ ਦਿੰਦਾ ਵੀ ਹੈ ਤੇ ਲੈ ਵੀ ਲੈਂਦਾ ਹੈ, ਰੱਤਾ ਚਿਰ ਨਹੀਂ ਲਾਂਦਾ। ਰਹਾਓ। ਤੇਰੇ ਜੀ ਜੀਆਂ ਕਾ ਤੋ ਹੋ। ਹੇ ਮਾਲਕ, ਤੂੰ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ। ਸਾਰੇ ਜੀਵਾਂ ਦਾ ਹੀ ਤੂੰ ਖਾਸਮ ਹੈ। ਕਿਤ ਕੋ ਸਹਿਬ ਆਵੈ ਰੋਹ। ਜੇ ਜੀਵ ਤੈਥੋਂ ਮਿਲੀ ਸੂਝ ਅਕਲ ਦਾ ਮਾਣ ਵੀ ਕਰਨ ਤਾਂ ਵੀ ਤੂੰ ਗੁੱਸੇ ਵਿੱਚ ਨਹੀਂ ਆਉਂਦਾ, ਕਿਉਂਕਿ ਆਖਰ ਇਹ ਜੀਵ ਸਾਰੇ ਤੇਰੇ ਹੀ ਹਨ। ਜੇ ਤੂੰ ਸਹਿਬ ਆਵੈ ਰੋਹ। ਹੇ ਮਾਲਕ ਪ੍ਰਭੂ, ਜੇ ਤੂੰ ਗੁੱਸੇ ਵਿੱਚ ਆਵੇਂ ਤਾਂ ਕਿਸ ਉੱਤੇ ਆਵੇਂ। ਤੂੰ ਉਹਨਾਂ ਕਾ ਤੇਰੇ ਉਹ। ਤੂੰ ਉਹਨਾਂ ਦਾ ਮਾਲਕ ਹੈ, ਉਹ ਸਾਰੇ ਤੇਰੇ ਹੀ ਬਣਾਏ ਹੋਏ ਹਨ। ਅਸੀਂ ਬੋਲ ਵਿਗਾੜ ਹੈ ਬੋਲ। ਹੇ ਪ੍ਰਭੂ, ਅਸੀਂ ਜਿਵੇਂ ਬੜ ਬੋਲੇ ਹਾਂ। ਅਸੀਂ ਤੈਥੋਂ ਮਿਲੀ ਸੂਝ ਅਕਲ ਉੱਤੇ ਮਾਣ ਕਰਕੇ ਅਨੇਕਾਂ ਵਾਰੀ ਫਿੱਕੇ ਬੋਲ ਦਿੰਦੇ ਹਾਂ। ਤੂੰ ਨਦਰੀ ਅੰਦਰ ਤੋਲੈ ਤੋਲ। ਪਰ ਤੂੰ ਸਾਰੇ ਕਬੂਲਾਂ ਨੂੰ ਮਿਹਰ ਦੀ ਨਿਗਾਹ ਨਾਲ ਪਰਖਦਾ ਹੈ। ਜਹ ਕਰਨੀ ਤਹ ਪੂਰੀ ਮਤ। ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ ਜਿਸ ਮਨੁੱਖ ਦੇ ਅੰਦਰ ਉੱਚਾ ਆਚਰਨ ਬਣ ਜਾਂਦਾ ਹੈ, ਉਸ ਦੀ ਸੂਝ ਅਕਲ ਵੀ ਗੰਭੀਰ ਹੋ ਜਾਂਦੀ ਹੈ ਤੇ ਉਹ ਬੜਬੋਲਾ ਨਹੀਂ ਬਣਦਾ। ਕਰਨੀ ਵਾਜੋਂ ਘਟੇ ਘਟ। ਉੱਚੇ ਚਰਨ ਤੋਂ ਬਿਨਾਂ ਮਨੁੱਖ ਦੀ ਸੂਝ ਬੂਝ ਵੀ ਨੀਵੀਂ ਹੀ ਰਹਿੰਦੀ ਹੈ। ਪਰਵਤ ਨਾਨਕ ਗਿਆਨੀ ਕੈਸਾ ਹੋਏ। ਨਾਨਕ ਬੇਨਤੀ ਕਰਦਾ ਹੈ, ਅਸਲ ਗਿਆਨਵਾਨ ਮਨੁੱਖ ਉਹ ਹੈ। ਆਪ ਪਛਾਣੇ ਬੂਝੈ ਸੋਏ। ਜੋ ਆਪਣੇ ਆਸਰੇ ਨੂੰ ਪਛਾਣਦਾ ਹੈ, ਜੋ ਉਸ ਪਰਮਾਤਮਾ ਨੂੰ ਹੀ ਅਕਲ ਦਾਤਾ ਸਮਝਦਾ ਹੈ। ਗੁਰ ਪ੍ਰਸਾਦ ਕਰੇ ਵਿਚਾਰ। ਜੋ ਗੁਰੂ ਦੀ ਮਿਹਰ ਨਾਲ ਆਪਣੀ ਚਤੁਰਾਈ ਛੱਡ ਕੇ ਅਕਲ ਦਾਤੇ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਦਾ ਹੈ, ਸੋ ਗਿਆਨੀ ਦਰਗਹਿ ਪ੍ਰਵਾਨ। ਅਜਿਹਾ ਗਿਆਨਵਾਨ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ। ਸੋ ਗਿਆਨੀ ਦਰਗਹਿ ਪ੍ਰਵਾਨ। ਐਸਾ ਗਿਆਨੀ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।